ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਬਾਬਾ। ਆਯੂ ਜਿਤਨੀ 8 ਸਾਲ ਕੁਛ ਮਹੀਨੇ ਰਹਿੰਦੀ ਸੀ ਗੁਰੂ ਰਾਮਦਾਸ ਜੀ ਨੇ ਉਹਦੇ ਸਮੇਤ ਗੁਰਤਾ ਗੱਦੀ ਇਹਨਾਂ ਨੂੰ ਦਿੱਤੀ ਹੈ। ਸਾਰੀਆਂ ਸੰਗਤਾਂ ਵਿੱਚ ਇਹ ਗੱਲ ਵਿਦਿਤ ਸੀ, ਪ੍ਰਗਟ ਸੀ। ਗੁਰੂ ਰਾਮਦਾਸ ਜੀ ਦੇ 3 ਪੁੱਤਰ ਸਨ। ਵੱਡਾ ਪ੍ਰਿਥੀ ਚੰਦ, ਸੋ ਉਸ ਤੋਂ ਛੋਟੇ ਮਹਾਦੇਵ ਜੀ, ਫਿਰ ਅਰਜਨ ਦੇਵ ਜੀ। ਬੀਬੀ ਭਾਨੀ ਅਰਜਨ ਦੇਵ ਜੀ ਨੂੰ ਇਹ ਸਿੱਖਿਆ ਦਿੰਦੀ ਰਹਿੰਦੀ ਹੁੰਦੀ ਸੀ ਵੀ ਆਪਣੇ ਪਿਤਾ ਨੂੰ ਪਿਤਾ ਨਾ ਸਮਝੀ, ਗੁਰੂ ਪਰਮੇਸ਼ਰ ਸਮਝੀ। ਇਸ ਭਾਵਨਾ ਨਾਲ ਸੇਵਾ ਕਰੀ, ਇਸ ਭਾਵਨਾ ਨਾਲ ਆਗਿਆ ਮੰਨੀ ਤਾਂ ਕੁਛ ਮਿਲਦਾ ਹੁੰਦਾ। ਸੋ ਉਸ ਦੀ ਸਿੱਖਿਆ ਅਤੇ ਪੂਰਬਲੇ ਸੰਸਕਾਰ, ਇਹਨਾਂ ਸਾਰੀਆਂ ਗੱਲਾਂ ਨੂੰ ਆਪ ਜੀ ਨੇ ਅੱਛੀ ਤਰ੍ਹਾਂ ਮੱਦੇ ਨਜ਼ਰ ਰੱਖ ਕੇ ਆਪਣੇ ਅੰਦਰ ਵਸਾਇਆ ਹੋਇਆ ਸੀ। ਸੋ ਇਉਂ ਸਮਾਂ ਕੁਝ ਗੁਜ਼ਰਦਾ ਚਲਾ ਗਿਆ। ਪ੍ਰਿਥੀ ਚੰਦ ਬਹੁਤ ਹੁਸ਼ਿਆਰ ਸਨ। ਆਪ ਜੀ 100% ਦੀ ਆਗਿਆ ਮੰਨ ਕੇ ਸੇਵਾ ਕਰਨ ਵਾਲੇ ਸਨ। ਔਰ ਮਹਾਦੇਵ ਜੀ ਉਹ ਤਾਂ ਮਸਤ ਬਿਰਤੀ ਵਿੱਚ ਸਦਾ ਹੀ ਸਮਾਧੀ ਵਿੱਚ ਹੀ ਰਹਿੰਦੇ। ਉਹਨਾਂ ਦੀ ਅਵਸਥਾ ਇਹੀ ਜਿਹੀ ਸੀ, ਅਵਧੂਤ ਬਿਰਤੀ ਵਿੱਚ ਰਹਿੰਦੇ ਸਨ। ਇੱਕ ਦਫਾ ਦਾ ਜ਼ਿਕਰ ਰਾਮਦਾਸ ਜੀ ਦਾ ਪਿਛੋਕਾ ਲਾਹੌਰ ਦਾ ਸੀ, ਸੋਢੀਆਂ ਖਾਨਦਾਨ ਵਿੱਚੋਂ। ਉਹਨਾਂ ਦੇ ਤਾਇਆ ਸ਼੍ਰੀ ਹਰੀਮਲ ਜੀ ਆਏ, ਉਹਨਾਂ ਦੇ ਲੜਕੀ ਦੀ ਸ਼ਾਦੀ ਸੀ। ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਨਮਸਕਾਰ ਕੀਤੀ ਤੇ ਅਰਜ਼ ਕੀਤੀ, ਗਰੀਬ ਨਵਾਜ਼ ਆਪ ਲਾਹੌਰ ਚੱਲੋ, ਉੱਥੇ ਚੱਲ ਕੇ ਵਿਵਾਹ ਵਿੱਚ ਆਪ ਆਪਣੇ ਚਰਨ ਪਾਓ ਤਾਂ ਕਿ ਬੇਅੰਤ ਵਿਘਨ ਦੂਰ ਹੋਣ। ਅਸੀਂ ਗ੍ਰਸਤੀ ਲੋਕ ਆਪਣੀ ਮਹੱਤਤਾ ਵੀ ਚਾਹੁੰਦੇ ਹਾਂ ਕਰਕੇ ਹਰ ਪਾਸੋਂ ਸਫਲਤਾ ਪ੍ਰਾਪਤ ਹੋਵੇ। ਇਹ ਵਚਨ ਸੁਣ ਕੇ ਗੁਰੂ ਰਾਮਦਾਸ ਜੀ ਨੇ ਸੋਚਿਆ, ਜੇਕਰ ਅਸੀਂ ਗਏ ਸਾਡੇ ਨਾਲ ਸੰਗਤਾਂ ਬਹੁਤ ਹੋਣਗੀਆਂ, ਨੇੜੇ ਤੇੜੇ ਤੋਂ ਬਹੁਤ ਸੰਗਤ ਇਕੱਠੀ ਹੋ ਜਾਏਗੀ, ਸਮਝੀਆਂ ਤੋਂ ਇਤਨੀ ਸੇਵਾ ਨਹੀਂ ਹੋ ਸਕਣੀ, ਜਿਸ ਕਰਕੇ ਜ਼ਰਾ ਸਾਡਾ ਜਾਣਾ ਠੀਕ ਨਹੀਂ। ਕਹਿਣ ਲੱਗੇ, ਸ਼ਿਆਰੀ ਮਲ ਜੀ, ਮੈਨੂੰ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਹੈ, ਜੋ ਅੰਮ੍ਰਿਤ ਸਰੋਵਰ ਰਾਮਦਾਸ ਸਰੋਵਰ ਦੀ ਸੇਵਾ ਆਰੰਭ ਕੀਤੀ ਹੈ ਉਹ ਜਲਦੀ ਤੋਂ ਜਲਦੀ ਸਮਾਪਤ ਹੋਵੇ। ਮੈਨੂੰ ਗੋਇੰਦਵਾਲ ਤੋਂ ਇਲਾਵਾ ਜ਼ਿਆਦਾ ਵਕਤ ਉੱਥੇ ਲਗਾਉਣਾ ਪੈਂਦਾ ਸੇਵਾ ਦੇ ਵਿੱਚ। ਇਸ ਕਰਕੇ ਬਿਹਤਰ ਹੈ ਤੁਸੀਂ ਪ੍ਰਿਥੀ ਚੰਦ ਨੂੰ ਲੈ ਜਾਓ, ਉਹ ਸਾਰਾ ਵਿਵਹਾਰ ਕਾਰ ਜੋ ਕਰੀਂਦਾ ਹੈ ਇਸ ਸਮੇਂ 'ਤੇ ਕਰੇਗਾ, ਸਿਆਣਾ ਹੈ। ਪ੍ਰਿਥੀ ਚੰਦ ਨੂੰ ਬੁਲਾ ਕੇ ਗੁਰੂ ਰਾਮਦਾਸ ਜੀ ਨੇ ਕਿਹਾ, ਪ੍ਰਿਥੀ ਚੰਦ ਇਹ ਆਪਣੇ ਤਾਏ ਸ਼੍ਰੀ ਹਰੀਮਲ ਨਾਲ ਜਾਓ, ਲਾਹੌਰ ਪਹੁੰਚ ਕੇ ਅੰਦਰ ਲੜਕੀ ਦੀ ਸ਼ਾਦੀ ਹੈ, ਜਿੱਥਾ ਜੋ ਕੁਛ ਕਰਨਾ ਕਰਾਉਣਾ ਕਰੋ। ਜਿਤਨੀ ਦੇਰ ਤੱਕ ਨਾ ਬੁਲਾਇਆ ਜਾਏ ਉਤਨੀ ਦੇਰ ਉੱਥੇ ਰਹਿ ਕੇ ਸੰਗਤਾਂ ਨੂੰ ਸਦਉਪਦੇਸ਼ ਕਰਨਾ। ਇਹ ਵਚਨ ਜਦੋਂ ਗੁਰੂ ਰਾਮਦਾਸ ਜੀ ਨੇ ਕੀਤਾ, ਸ਼੍ਰੀ ਹਰੀਮਲ ਹੁਸ਼ਿਆਰ ਚਤਰ ਸੀ ਬੜਾ, ਉਹਦੇ ਦਿਲ ਵਿੱਚ ਇਹ ਖਟਕਾ ਪੈਦਾ ਹੋਇਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਯੂ ਜੋ ਕਿ ਗੁਰੂ ਅਮਰਦਾਸ ਮਹਾਰਾਜ ਵੱਲੋਂ ਮਿਲੀ ਹੋਈ ਹੈ ਉਹ ਸਮਾਪਤ ਹੋਣ ਵਾਲੀ ਹੈ। ਸ਼ਾਇਦ ਮੈਨੂੰ ਇਸ ਬਹਾਨੇ ਇੱਥੋਂ ਤੋਰ ਰਹੇ ਹਨ, ਗੁਰਤਾ ਗੱਦੀ ਅਰਜਨ ਦੇਵ ਨੂੰ ਦੇਣਗੇ। ਉਹਦੇ ਚਿੱਤ ਵਿੱਚ ਇਹ ਖਟਕਾ, ਇਸ ਨੇ ਉਹਦੇ ਚਿੱਤ ਨੂੰ ਮੈਲਾ ਕਰ ਦਿੱਤਾ। ਕਹਿਣਗੇ, ਮਹਾਰਾਜ ਸੰਗਤਾਂ ਦੀ ਆਵਾਜਾਵੀ ਇਤਨੀ ਹੈ, ਹੁਣ ਵੀ ਸੰਭਾਲ ਸੇਵਾ ਆਦਿ ਮੈਂ ਹੀ ਕਰਦਾ ਹਾਂ। ਮਹਾਦੇਵ ਤਾਂ ਅਵਧੂਤ ਬਿਰਤੀ ਵਿੱਚ ਸਮਾਧੀ ਲਈ ਬੈਠਾ ਰਹਿੰਦਾ ਹੈ। ਅਰਜਨ ਦੇਵ ਜੀ ਜ਼ਰੂਰ ਆਪ ਦੀ ਆਗਿਆ ਮੰਨਦੇ ਹਨ, ਪਰ ਇਹ ਜ਼ਿਆਦਾ ਯੋਗਤਾ ਤਾਂ ਮੈਨੂੰ ਹੀ, ਇਸ ਕਰਕੇ ਮੇਰੇ ਗਿਆਨ ਤੋਂ ਇਸ ਵਿੱਚ ਘਾਟਾ ਆ ਜਾਏਗਾ। ਗੁਰੂ ਰਾਮਦਾਸ ਜੀ ਸਮਝੇ ਵੀ ਕਪਟ ਕਰ ਰਿਹਾ। ਅੱਛਾ, ਕਹਿਣ ਲੱਗੇ ਮਹਾਦੇਵ ਨੂੰ ਬੁਲਾਓ। ਮਹਾਦੇਵ ਨੂੰ ਬੁਲਾ ਕੇ ਕਹਿਣ ਲੱਗੇ, ਮਹਾਦੇਵ ਜੀ ਤੁਸੀਂ ਜਾਓ, ਤੁਹਾਡੇ ਤਾਏ ਸ਼੍ਰੀ ਹਰੀਮਲ ਦੇ ਲੜਕੀ ਦੀ ਸ਼ਾਦੀ ਹੈ, ਲਾਹੌਰ ਜਾ ਕੇ ਜਥਾ ਜੋਸ਼ ਕਰਨਾ ਹੈ, ਕਰਾਓ ਤੇ ਉੱਥੇ ਠਹਿਰੋ, ਸੰਗਤਾਂ ਨੂੰ ਸਦਉਪਦੇਸ਼ ਕਰੋ। ਉਹ ਪਹਿਲੇ ਹੀ ਅਵਧੂਤ ਬਿਰਤੀ ਵਿੱਚ ਆਪਣੀ ਬਿਰਤੀ ਆਤਮਾ ਜੋ
निर्विकल्प आनंद का सागर उस विलीन करके बैठे इनसे उनकी निगाह दुनिया है ही नहीं सी। कहणगे मेरी निगाह तो दुनिया ही नहीं है, कितने ताया कितने चाचा कुछ भी नहीं मेरी निगाह च है। केवल वाहिगुरू ये मैनू ये गल्लां नहीं चंगियां लगदियां हन विहार करदियां। उन्हां वालों भी जवाब अखीर अर्जन देव जी नूं बुला के कहण लगे बेटा तेरे ताए दे लड़की की शादी है, जाओ लाहौर इन्हां नाल उत्थे जाके जथा जोग जोश करना है करो कराओ, उस तो बाद उत्थे ही रहश कर देना, संगतां नूं गुरु नानक दे घर दा उपदेश करना ताकि उन्होंने लाभ प्राप्त होता रहे। जितनी देर तक ना बुलाया जाए उतनी देर तक अपने आप वापस नहीं आना होगा। आप जी आग्ञा नूं सब तो वड्डी चीज़ मनते से। एक दफ़ा सवाल चलिया गुरु की सब तो वड्डी आग्ञा वड्डी सेवा की है, उसके जवाब में ऐसे फरमान किया सी आग्ञा सब नहीं जी साहिब सेवा साहिब सेवा, आज्ञा सब नहीं जी साहिब सेवा साहिब सेवा, आज्ञा समनी साहिब सेवा। सब तो वड्डी सेवा गुरु दी साहिब दी आज्ञा विच खड़ना है, हुक्म विच खड़ना है, रजा विच खड़ना है, सेवा करता है, आज्ञा नहीं मनता वो पूरी प्रसन्नता का पात्र नहीं बन सकता। इसी तरह एक तत्परता स्त्री अपने पति की सेवा तो करती है पर आज्ञा भंग करती है, उसके पति की पूरी प्रसन्नता नहीं होती। इसी तरह सेवक अपने गुरु की सेवा तो करता है पर आज्ञा भंग करता है, उस वो पूरी प्रसन्नता का पात्र नहीं बन सकता। इसी तरह सब तो वड्डी सेवा आज्ञा समनी साहिब सेवा। सेवा करनी 100% आज्ञा विच खड़ के। जिन्हें जिन्हें ऐसा किया उन्होंने ही बड़े बड़े मुरातबे हासिल किए। हाँ पिछले दिनों आपने सुने ही है, नाम जपिए तंदूर होंदे दुखड़े, सेवा करते मान पाइंदा, जपिए तंदूर होंदे, सेवा करते मान पाइंदा। शास्त्री सिरजू अंकस है, ऐण ज्यों सिर दे, मन तन आगे राख के उभी सेव करे, यूं गुरमुख आप नवारिया सब राज श्रेष्ठ कर दे। ये सेवा इत्थे पहुँचाने सब सृष्टि का राजा। सृष्टि का राजा कौन है? परमात्मा। वाहिगुरू उस दे विच मिला के वही रूप बना दिंदी है। सो आयो आज्ञा समनी साहिब सेवा, आज्ञा विच खड़ के सेवा करनी। जिस वक्त गुरु रामदास महाराज जी ने श्री अर्जुन देव जी ने हुक्म किया बेटा लाहौर जाओ, भावें आप जी का प्रेम उन्हां नालों किहड़ा घट सी, आप जी का तो बल्कि सच्चा प्रेम सी। आप जी का वियोग रंचक मात्र नहीं सी बर्दाश्त कर सकते, पर सेवा हुक्म दे अगे सिर नवा दिता। मन भावें बर्दाश्त नहीं सी करता लेकिन मुख सेवा हुक्म आज्ञा समनी साहिब सेवा। सो उसी वक्त आप जी शिहारी मल नाल लाहौर आ गए। विवाह आदि जिमें करना करवाना सी उस तरीके सिर उहदे विच शामिल होए। जो उत्थे दियां रस्मां वगैरह करनियां सीयां वो पूरियां निभाइयां। उस तो बाद आप जी नूं हुक्म सी कि जिन्नी देर तक ना बुलाया जाए अपने आप तुसी नहीं आना होवेगा। उत्थे ठहर के संगतां नूं सदउपदेश करते रहना। ऐसा ही किया। आप ठहर गए। संगतां नूं इसी तरह सत्संग द्वारा वाहिगुरू दे पासे दा गुरु नानक दे मिशन दा उपदेश करते रहते। समा गुजरता चला गया, काफ़ी समा गुजर गया पर अजे तक कोई हुक्मनाम नहीं आया। हुक्म भंग करके
ਜਾਣਾ ਆਪ ਦੇ ਵਾਸਤੇ ਗੁਨਾਹ ਸੀ। ਇਸ ਕਰਕੇ ਹੁਕਮ ਤੋਂ ਬਿਨਾਂ ਜਾ ਨਹੀਂ ਸੀ ਸਕਦੇ। ਪਰ ਜਿਉਂ-ਜਿਉਂ ਵਿਜੋਗ ਪੈਂਦਾ ਹੈ ਚਿੱਤ ਨੂੰ ਬੜਾ ਖੇਦ ਹੁੰਦਾ ਹੈ। ਇਹ ਕਾਇਦਾ ਹੁੰਦਾ ਹੈ ਬਿਰਹੋਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓ ਬਾਜ ਪਿਆਰੇ ਆਪਣੇ ਬਿਰਹੀਨਾ ਧੀਰੋਂਦ। ਇਉਂ ਆਪ ਜੀ ਦੀ ਹਾਲਤ ਹੁਣ ਦਿਨ ਬ ਦਿਨ ਕੁਛ ਇਹੋ ਜਿਹੀ ਹੁੰਦੀ ਚਲੀ ਜਾ ਰਹੀ ਹੈ। ਪਰ ਆਪ ਇਹ ਵੀ ਜਾਣਦੇ ਨੇ ਗੁਰੂ ਰਾਮਦਾਸ ਮਹਾਰਾਜ ਅੰਤਰਯਾਮੀ ਸਰਵੱਗ ਹਨ। ਮਨ ਦੀ ਅਵਸਥਾ ਨੂੰ ਭੁੱਲੇ ਨਹੀਂ। ਮੇਰੇ ਪ੍ਰੇਮ ਦੇ ਜਾਣੂ ਹਨ। ਜੋ ਮੇਰੇ ਪ੍ਰੇਮ ਵਿੱਚ ਵੇਦਨਾ ਪੀੜਾ ਹੁੰਦੀ ਹੈ ਮਨ ਨੂੰ, ਉਹ ਵੀ ਜਾਣਦੇ ਹਨ। ਪਰ ਫਿਰ ਵੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਜੇ ਕੋਈ ਪੱਤਰਕਾਰ ਉਹਨਾਂ ਵੱਲ ਲਿਖ ਭੇਜੀਏ ਕੋਈ ਹਰਜ ਨਹੀਂ, ਕਿਉਂਕਿ ਆਪ ਜੀ ਨੇ ਮਾਨੁਖ ਜਾਮਾ ਧਾਰਨ ਕੀਤਾ ਹੈ। ਉਸ ਦੇ ਅਨੁਸਾਰ ਹੀ ਨਾਟਕ ਦੇ ਵਿੱਚ ਜਿਹਾ ਜਿਹਾ ਸ਼ਵਾਂਗ ਕਿਸੇ ਨੇ ਧਾਰਨ ਕੀਤਾ ਹੁੰਦਾ ਹੈ ਵੈਸਾ ਹੀ ਨਿਭਾਇਆ ਕਰਦਾ ਹੈ। ਆਪ ਨੇ ਕਿਉਂਕਿ ਮਾਨੁਖ ਸਰੀਰ ਧਾਰਨ ਕੀਤਾ ਸੰਸਾਰ ਦੇ ਉਧਾਰ ਵਾਸਤੇ, ਉਸ ਦੇ ਨਿਆਂ ਹੀ ਉਹੀ ਸ਼ਵਾਂਗ ਆਪ ਨੇ ਨਿਭਾਉਣਾ ਹੈ। ਬਿਹਤਰ ਹੈ ਆਪ ਜੀ ਵਾਲੀ ਇੱਕ ਪੱਤਰਕਾਰ ਲਿਖ ਕੇ ਆਪਣੇ ਮਨ ਦੀ ਅਵਸਥਾ ਨੂੰ ਉਸ ਦੇ ਉੱਪਰ ਜ਼ਾਹਰ ਕਰਕੇ ਭੇਜਿਆ ਜਾਵੇ ਤਾਂ ਕੋਈ ਹਰਜ ਨਹੀਂ। ਕਿਉਂ ਆਪ ਜੀ ਆਪਣੇ ਮਨ ਦੀ ਅਵਸਥਾ ਨੂੰ ਚਿੱਤ ਵਿੱਚ ਬੇਵੱਲ ਹੋਏ ਹੋਏ ਇੱਕ ਕਾਗਜ਼ ਲੈ ਕੇ ਕਲਮ ਸਿਆਹੀ ਲੈ ਕੇ ਇਉਂ ਲਿਖਣਾ ਸ਼ੁਰੂ ਕਰਦੇ ਹਨ। ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਦੇ ਮੰਗਲ ਹਨ। ਗੁਰੂ ਘਰ ਦੇ ਵਿੱਚ ਹਰ ਰਾਗ ਤੋਂ ਪਹਿਲੇ ਮੰਗਲ ਆਉਂਦੇ ਨੇ, ਕਈ ਕਿਸਮ ਦੇ ਹਨ। ਐਸਾ ਲਿਖ ਕੇ ਆਪ ਜੀ ਨੇ ਆਪਣੇ ਮਨ ਦੀ ਅਵਸਥਾ ਨੂੰ ਇਸ ਤਰੀਕੇ ਸਿਰ ਥੋੜ੍ਹੇ ਜਿਹੇ ਅੱਖਰਾਂ ਵਿੱਚ, ਭਾਵੇਂ ਅਸਲੀ ਮਾਨਸਿਕ ਅਵਸਥਾ ਨੂੰ, ਮਨ ਦੀ ਅਵਸਥਾ ਨੂੰ ਸਿਆਹੀ ਦੁਆਰਾ ਕਾਗਜ਼ਾਂ 'ਤੇ ਜ਼ਾਹਰ ਨਹੀਂ ਕੀਤਾ ਜਾ ਸਕਦਾ। ਮਨ ਦੀ ਅਵਸਥਾ ਨੂੰ ਮਨ ਹੀ ਮਹਿਸੂਸ ਕਰਦਾ ਹੈ, ਮਨ ਹੀ ਜਾਣਦਾ ਹੈ। ਤਾਂ ਫਿਰ ਵੀ ਕੁਛ ਥੋੜ੍ਹਾ ਬਹੁਤ ਦਰਸਾਉਣ ਵਾਸਤੇ ਇਉਂ ਲਿਖਦੇ ਹਨ। ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈਂ। ਬਿਲ ਫਕਰੇ ਚਾਤਰਕ ਕੀ ਨਿਆਈ, ਤਿਰਖਾ ਨਾ ਉਤਰੇ ਸ਼ਾਂਤ ਨਾ ਆਵੈ। ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਂ ਖੋਲੀ ਜੀ ਹਾਂ ਖੋਲ ਖੁਮਾਈ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ। ਇਹ ਅੱਖਰ ਲਿਖ ਕੇ ਕਾਗਜ਼ ਦੇ ਉੱਪਰ ਇੱਕ ਸਿੱਖ ਨੂੰ ਬੁਲਾਇਆ। ਉਹ ਪੱਤਰਿਕਾ ਉਸ ਸਿੱਖ ਨੂੰ ਦਿੱਤੀ ਤੇ ਇਹ ਹਦਾਇਤ ਕੀਤੀ ਲਾਹੌਰੋਂ ਅੰਮ੍ਰਿਤਸਰ ਜਾਣ ਵਾਸਤੇ। ਉਹਨਾਂ ਸਮਿਆਂ ਵਿੱਚ ਅੱਜ ਕੱਲ੍ਹ ਵਾਂਗੂ ਰੇਲਾਂ, ਸੜਕਾਂ, ਮੋਟਰਾਂ ਆਦਿ ਇਹੋ ਜਿਹੇ ਰਸਤੇ ਕੋਈ ਨਹੀਂ ਸਨ। ਪੈਦਲ ਸਫ਼ਰ ਕਰਨੇ ਪੈਂਦੇ ਜਾਂ ਘੋੜਿਆਂ ਵਗੈਰਾ ਉੱਪਰ ਇਹ ਸਫ਼ਰ ਹੁੰਦੇ ਸਨ। ਇਉਂ ਸਿੱਖ ਨੂੰ ਹਦਾਇਤ ਕੀਤੀ ਆ ਪੱਤਰਕਾ ਲੈ ਜਾ ਅੰਮ੍ਰਿਤਸਰ ਸਾਹਿਬ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਕਰ। ਜੋ ਉਹਨਾਂ ਵੱਲੋਂ ਹੁਕਮ ਹੋਵੇ ਉਹ ਆ ਕੇ ਮੈਨੂੰ ਦੱਸ। ਸਿੱਖ ਨੇ ਉਹ ਪੱਤਰਕਾ ਲੈ ਲਈ, ਜੇਬ ਵਿੱਚ ਪਾ ਲਈ, ਪੈਦਲ ਹੀ ਲਾਹੌਰੋਂ ਅੰਮ੍ਰਿਤਸਰ ਵੱਲ ਚੱਲ ਪਿਆ। ਅੱਗੇ ਜਾ ਕੇ ਕੀ ਦੇਖਿਆ, ਬੜੀ ਸੇਵਾ ਹੋ ਰਹੀ, ਸੇਵਾ ਦਾ ਖੇਤਰ ਲੱਗਿਆ ਹੈ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾਤਾ, ਉਹ ਵੀ ਸੇਵਾ ਕਰਾ ਰਹੇ ਹਨ ਸੰਗਤਾਂ ਤੋਂ। ਸਿੱਖ ਨੇ ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ। ਉਹਨਾਂ ਪੁੱਛਿਆ, ਦੱਸੋ ਕਿੱਥੋਂ ਆ? ਕਹਿਣ ਲੱਗਾ, ਮੈਂ ਲਾਹੌਰੋਂ ਆਇਆ ਹਾਂ। ਇਹ ਪੱਤਰਕਾ ਸ਼੍ਰੀ ਅਰਜਨ ਦੇਵ ਜੀ ਨੇ ਸੱਚੇ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਪੇਸ਼ ਕਰਨ ਵਾਸਤੇ ਦਿੱਤੀ ਹੈ। ਉਹ ਪੱਤਰਕਾ ਜਦੋਂ ਪ੍ਰਿਥੀ ਚੰਦ ਨੇ ਲਈ ਤੇ ਅੱਖਰ ਪੜ੍ਹੇ, ਹੈਰਾਨ ਹੋ ਗਿਆ। ਚਿੱਤ ਵਿੱਚ ਸੋਚਦਾ ਹੈ ਇਹ ਤਾਂ ਪਹਿਲੇ ਗੁਰੂਆਂ ਵਾਂਗੂ ਹੀ ਬਾਣੀ ਉਚਾਰਨ ਕਰਨ ਲੱਗ ਪਿਆ।
ऐसा ना हो ये देख के साहिब गुरु रामदास उस पर प्रसन्न हो जान। ਹੁਣ थोड़ी जी आयु आपदी रहिंदी है क्योंकि साहिब गुरु अमरदास महाराज वालों ही ये आयु मिली हुई समाप्त होने वाली है। इस करके ऐसा ना होवे उन्होंने ये दात दे जान मैं खाली रह जावां, हालांकि मैं वड्डा हाँ। इते याद सोच के उस सिख नूं गुरु के लंगरों प्रसाद छका के कहन लगा, जाके कह दी अर्जन देव नूं भी वो पत्रिका गुरु जी दे पेश कर दी सी, उन्होंने हुक्म है अजे ठहरो, इसी तरह संगतां नूं सद उपदेश करो। सिख दे चित विच कोई सिहाई सफेदी नहीं सी। वो झट ही मुड़े आया, आके लाहौर यही लफ्ज श्री अर्जन देव जी नूं कह दिते। उन्हें कहा मैनू आप जी दे वड्डे भराता पीसी चंद जी सेवा कराउंदे हुए मिल गए सन, ये मैं पत्रिका उन्होंने दिती। उन्हें कहा ये पत्रिका साहिब गुरु रामदास जी के चरणों में पेश कर दी गई है। उन्होंने वालों हुक्म है अजे लाहौर ही ठहरो, जदों बुलावांगे फिर ही आना। सो खैर ये वचन सुन के आप चुप हो गए, हुक्म दे विच खड़े हैं। पर ज्यों ज्यों वियोग पैंदा है मन की अवस्था बेबल हुंदी चली जाती है। कुछ दिन होर गुजर गए, फिर सोचिया बई होर पत्रिका लिख दिए, शायद वो पत्रिका गुरु जी ना ही मिली होवे। ये जान के आप जी ने कागज लिया और स्याही ते कलम लई, ਉਹਦੇ ਉੱਪਰ 2 नंबर दे के पहली पत्रिका ते 1 नंबर दिता सी, इस ते 2 नंबर दे के ये अखर अपने मन की अवस्था नूं कुछ इस कागज़ के उपर ज़ाहिर करने की कोशिश की थी। तेरा मुखड़ा सुहावा जी सहज धुन पानी, सहज धुन पानी। 2 नंबर लिख के कागज़ के उपर एक अखर लिखने शुरू किए। तेरा मुखड़ा सुहावा जियो सहज धुन बाणी, चिर होआ देखे सारिंग पानी। धन सुदेश जहाँ तू वसिया मेरे साजन मीत मुरारे जियो। हों खोली जी हाँ खोल कुमाई, गुरु साजन मीत मुरारे जियो। तेरा मुखड़ा सुहावा सच्चे पातशाह सहज ये अखर लिख के कागज के ऊपर अपने मन की प्रेममयी अवस्था जो जितनी इन अखरों द्वारा जाहिर हो सकी, ये चिट्ठी फिर उसी सिख नूं बुला के उसको पकड़ाई। कहन लगे ए पत्रिका ले जा, साहिब गुरु रामदास सच्चे पातशाह जी के चरणों में हाजिर कर, जो हुक्मनामा मेरे वास्ते होवे वो मैनू आके दस। सिख फिर पहुँचता है, उसी तरह फिर पिरथी चंद जी सेवा करवाते मिल जाते। उन्होंने मिलिया, गुरु पुत्र जान के नमस्कार की। कह लगे दसो लाहौरों आए हो? हाँ। कह लगी आ पत्रिका होर भेजी है अर्जन देव जी ने साहिब गुरु रामदास सच्चे पातशाह की चरणों में पेश करने वास्ते। लैके पढ़ी और हैरान हो गया, ये चर्ज बात है तो पहले गुरुआ वांगू बाणी उच्चारण करने लग गया। जरूर गुरु रामदास जी इस ते प्रसन्न हो जाएंगे, मैनू ये दात तो वांझा रहना पेगा, वो इस दात के मालक बन जाएंगे। यों चित्त विच कपट। उस सिख नूं लंगरों प्रसाद छका के कह दिता, साहिब गुरु रामदास महाराज नूं पत्रिका दिखा दी। उन्हें पढ़ लई, हुक्म किया अजे उत्थे ठहरो, जदों बुलावेंगे फिर आना, बिना बुलाए नहीं आना। चला गया सिख, जिहदे चित्त विच कोई सिहाई सफेदी नहीं सी। यही लफ्ज जाके श्री अर्जन देव जी नूं कह दिते। खैर कुछ दिन उड़ीकिया भी शायद हुण बुलाउंदे हैं, पर कई दिन गुजर गए। मौसम बरसात दा सी। साडे देश दे विच 6 रुत्तां हुंदियां, 2-2 महीने की रुत मनी है। सौण भादों की रुत
ਇਹਨੂੰ ਬਰਸਾਤ ਦੀ ਰੁੱਤ ਕਹਿੰਦੇ ਹਨ। ਅੱਜ ਕੱਲ੍ਹ ਤਾਂ ਘੱਟ ਹੈ, ਉਸ ਸਮੇਂ ਦੇ ਵਿੱਚ ਸਾਵਣ ਦੇ ਮਹੀਨੇ ਬੜੀਆਂ ਬਾਰਿਸ਼ਾਂ ਵਰਿਆ ਕਰਦੀਆਂ, ਬਹੁਤ ਬਾਰਿਸ਼ਾਂ ਹੋਇਆ ਕਰਦੀਆਂ ਸਨ। ਇਹੀ ਜਿਹੀ ਅਵਸਥਾ ਦੇ ਵਿੱਚ ਬਿਰਹੀ ਪੁਰਸ਼ ਦਾ ਮਨ ਜਿਹੜਾ ਬਹੁਤਾ ਵਿਆਕੁਲ ਹੁੰਦਾ ਹੈ ਆਪਣੇ ਪ੍ਰੀਤਮ ਦੇ ਵਿਯੋਗ ਵਿੱਚ। ਇਉਂ ਕਰਕੇ ਆਪ ਜੀ ਦੇ ਚਿੱਤ ਵਿੱਚ ਜਦੋਂ ਕਈ ਦਿਨ ਹੋ ਗਏ ਕੋਈ ਹੁਕਮਨਾਮਾ ਨਹੀਂ ਆਇਆ ਬੁਲਾਉਣ ਵਾਸਤੇ, ਅਤਿਅੰਤ ਚਿੱਤ ਦੀ ਹਾਲਤ ਬੇਵਲ ਹੁੰਦੀ ਚਲੀ ਜਾਂਦੀ ਹੈ। ਇਹ 9 ਨਿਸ਼ਾਨੀਆਂ ਜਿਹੜੀਆਂ ਵਾਹਿਗੁਰੂ ਦੇ ਪਿਆਰਿਆਂ ਦੇ ਚਿੱਤ ਵਿੱਚ ਘਟਦੀਆਂ ਹੁੰਦੀਆਂ ਨੇ, ਉਹਨਾਂ ਦੇ ਸਰੀਰ 'ਤੇ ਘਟਦੀਆਂ। ਆਸ਼ਕਾਂ ਦਾ ਇੱਕ ਮੁਸਲਮਾਨ ਫਕੀਰ ਆਪਣੇ ਮੁਰੀਦ ਨੂੰ ਇਉਂ ਕਹਿੰਦਾ ਹੈ, ਐ ਬੇਟਾ, ਜਿਹੜੇ ਪ੍ਰਭੂ ਦੇ ਰੱਬ ਦੇ ਆਸ਼ਕਨ ਪ੍ਰੇਮੀ ਹਨ, ਉਹਨਾਂ ਦੇ ਚਿੱਤ ਵਿੱਚ ਇਹ 9 ਨਿਸ਼ਾਨੀਆਂ ਘਟਦੀਆਂ ਹੁੰਦੀਆਂ ਹਨ। ਫਾਰਸੀ ਅੱਖਰਾਂ ਵਿੱਚ ਕਹਿੰਦੇ ਹਨ, ਆਸ਼ਕਾਂ ਦਾ ਨਵ ਨਿਸ਼ਾਨੀ ਐ ਪਿਸਰ, ਰੰਗ ਜ਼ਰਦੋ ਆਹ ਸਰਦੋ ਚਸ਼ਮ ਤਰ, ਕਮ ਖੁਰਦਨੋ ਕਮ ਗੁਫਤਨੋ ਖਾਬਸ਼ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਦੱਸਿਆ ਵੀ ਇਹ 9 ਨਿਸ਼ਾਨੀਆਂ ਪ੍ਰਭੂ ਦੇ ਜੋ ਵਿਯੋਗੀ ਹਨ, ਆਪਣੇ ਗੁਰੂ ਦੇ ਵਿਯੋਗੀ, ਉਹਨਾਂ ਦੇ ਵਿਯੋਗ ਵਿੱਚ ਘਟ ਜਾਂਦੀਆਂ ਨੇ। ਕੀ ਆਸ਼ਕਾਂ ਦਾ ਨਵ ਨਿਸ਼ਾਨੀ ਐ ਪਿਸਰ, ਐ ਬੇਟਾ, ਫਕੀਰ ਕਹਿੰਦਾ ਆਪਣੇ ਮੁਰੀਦ ਨੂੰ, ਇਹ 9 ਨਿਸ਼ਾਨੀਆਂ ਉਹਨਾਂ ਵਿੱਚ ਇਹ ਘਟਦੀਆਂ ਹਨ। ਰੰਗ ਜ਼ਰਦੋ, ਚਿਹਰੇ ਦਾ ਰੰਗ ਪੀਲਾ ਪੈ ਜਾਣਾ, ਆਹ ਸਰਦੋ, ਠੰਡੀਆਂ ਆਹ ਆਉਣੀਆਂ, ਚਸ਼ਮੇ ਤਰ, ਅੱਖਾਂ ਵਿੱਚ ਪਾਣੀ ਆਇਆ ਰਹਿਣਾ, ਕਮ ਖੁਰਦਨੋਂ, ਥੋੜ੍ਹਾ ਖਾਣਾ ਯਾਨੀ ਭੁੱਖ ਘਟ ਜਾਣੀ, ਕਮ ਗੁਫਤਨੋਂ, ਬੋਲ ਚਾਲ ਘਟ ਜਾਣੀ, ਖਾਬਸ਼ ਹਰਾਮ, ਨੀਂਦ ਘਟ ਜਾਣੀ, ਇੰਤਜ਼ਾਰੀ, ਉਡੀਕ ਵਿੱਚ ਚਿਤਰੇ ਬੇਵਲ ਰਹਿਣਾ, ਬੇਕਰਾਰੀ, ਚਿੱਤ ਵਿੱਚ ਬੇਕਰਾਰੀ ਰਹਿਣੀ, ਦਸਤੇ ਸਰ, ਸਿਰ ਦੇ ਉੱਪਰ ਐ ਹੱਥ ਲਾ ਕੇ ਬੈਠੇ ਰਹਿਣਾ। ਇਹ 9 ਨਿਸ਼ਾਨੀਆਂ ਪ੍ਰਭੂ ਦੇ ਪਿਆਰਿਆਂ ਦੇ ਜਦੋਂ ਉਹਨਾਂ ਨੂੰ ਵਿਯੋਗ ਪੈਂਦਾ ਹੈ ਆਪਣੇ ਗੁਰੂ ਦਾ, ਪ੍ਰਭੂ ਦਾ, ਇਹ ਘਟ ਜਾਂਦੀਆਂ ਹਨ। ਇਉਂ ਕਰਕੇ ਇਸੀ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦੱਸਿਆ ਹੈ। ਤੇ ਵਾਹਿਗੁਰੂ ਦਾ ਪਿਆਰਾ ਜਾਂ ਤਾਂ ਜਿਉਂਦਾ ਨਹੀਂ, ਜੇ ਜਿਉਂਦਾ ਹੈ ਤਾਂ ਉਹ ਪਾਗਲਾਂ ਦੀ ਨਿਆਈ ਹੁੰਦਾ ਹੈ। ਨਾ ਜੀਵੇ ਕੋਈ ਰਾਮ ਦਾ ਵਿਜੋਗੀ, ਬਿਰਹੋ ਭਯੰਗਮ ਮਨ ਵਸੈ, ਮਨ ਤਨ ਮਾਨੈ ਕੋਇ, ਰਾਮ ਵਿਜੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ। ਇਹ ਜੀ ਅਵਸਥਾ ਸਾਵਣ ਦਾ ਮਹੀਨਾ ਆ ਗਿਆ। ਸਾਉਣ ਦੇ ਮਹੀਨੇ ਦੀ ਬਾਬਤ ਦੱਸਿਆ, ਸਾਵਨ ਸਰਸ ਮਨਾ ਖਨ ਵਰਸੇ, ਰੁੱਤ ਆਏ ਮੈਂ ਮਨ ਤਨ ਸ਼ਉ ਭਾਵੈ, ਫਿਰ ਪਰਦੇਸ ਸਧਾਏ, ਫਿਰ ਘਰ ਨਹੀਂ ਆਵੈ, ਮਰੀਏ ਹਾਵੈ, ਦਾਮਨ ਚਮਕ ਡਰਾਏ, ਸੇਜ ਅਕੇਲੀ ਖਰੀ ਦੁਹੇਲੀ, ਮਰਨ ਭਇਆ ਦੁਖ ਮਾਏ, ਹਰ ਬਿਨ ਨੀਂਦ ਭੂਖ ਕਉ ਕੈਸੀ, ਕਾਪਰ ਤਨ ਨ ਸੁਖਾਏ, ਨਾਨਕ ਸਾਏ ਸੁਹਾਗਣ ਕੰਤੀ, ਫਿਰ ਕੈ ਅੰਕ ਸਮਾਏ। ਇਹ ਸਾਵਣ ਦੇ ਮਹੀਨੇ ਦੀ ਗੱਲ ਦੱਸੀ ਹੈ। ਸਾਵਣ ਦੇ ਮਹੀਨੇ ਦੀ ਬਾਬਤ ਗੁਰੂ ਜੀ ਨੇ ਇੱਕ ਤਾਂ ਇਉਂ ਦੱਸਿਆ, ਭੈਣੇ ਸਾਵਣੇ ਆਇਆ, ਸਾਵਣੇ ਆਇਆ ਸਖੀਏ, ਮੋਰਾਂ ਨੇ ਰੁਣ ਛੁਣ ਲਾਇਆ, ਸਾਵਣੇ ਆਇਆ ਮੋਰੀ ਰੁਣ ਛੁਣ ਲਾਇਆ, ਤੇਰੇ ਮੁੰਦ ਕਟਾਰੇ ਜੇਵੜਾ ਤੈਨੂੰ ਲੋਭੀ ਲੋਭ ਲੁਹਾਇਆ। ਇਹ ਸ਼ਬਦ ਬੜਾ ਲੰਮਾ ਚੌੜਾ। ਸਾਡੇ ਦੇਸ਼ ਦੇ ਵਿੱਚ ਜਦੋਂ ਸਾਵਣ ਦਾ ਮਹੀਨਾ ਸ਼ੁਰੂ ਹੁੰਦਾ, ਬੜੀਆਂ ਬਾਰਿਸ਼ਾਂ ਪੈਂਦੀਆਂ, 4 ਚੁਫੇਰੇ ਪਾਣੀ ਪਾਣੀ ਨਜ਼ਰ ਆਉਂਦਾ। ਮੋਰ ਬੱਦਲਾਂ ਦੀ ਆਵਾਜ਼ ਸੁਣ ਕੇ ਬੜੀ ਉੱਚੀ ਉੱਚੀ ਬੋਲਿਆ ਕਰਦੇ ਸਨ। ਉਸ ਅਵਸਥਾ ਨੂੰ ਇੱਥੇ ਜ਼ਾਹਰ ਕੀਤਾ। ਉਦੋਂ ਤਾਂ ਉੱਥੇ ਵੀ ਇਹੋ ਜਿਹੀ ਹਾਲਤ ਸੀ, ਪਰ ਹੁਣ ਤਾਂ ਇੱਥੇ ਸਾਉਣ ਦਾ ਮਹੀਨਾ, ਇੱਥੇ ਵੀ ਖੁਸ਼ਕੀ ਵਰਦੀ ਹੈ। ਇੰਗਲੈਂਡ ਵਿੱਚ ਵੀ ਇਹੋ ਜਿਹੀ ਹਾਲਤ ਹੋ ਗਈ, ਇੰਡੀਆ ਹੀ ਇੱਥੇ ਆ ਗਿਆ। ਸੋ ਇਉਂ ਉਹ ਅਵਸਥਾ, ਸਾਵਣ ਦਾ ਮਹੀਨਾ ਆਇਆ। ਸ਼੍ਰੀ ਅਰਜਨ ਦੇਵ ਜੀ ਦੇ ਚਿੱਤ, ਉਹਨਾਂ ਦੇ ਚਿੱਤ ਦੀ ਹਾਲਤ, ਨੀਂਦ ਉੜ ਗਈ, ਭੁੱਖ ਉੱਡ ਗਈ, ਚਿਹਰਾ ਪੀਲਾ ਹੋ ਗਿਆ, ਅੱਖਾਂ 'ਚ ਹਰ ਵਕਤ ਪਾਣੀ ਭਰਿਆ ਰਹਿੰਦਾ ਹੈ,
ਠੰਡੇ ਸਾਹ ਆਉਂਦੇ ਹਨ। ਉਹ ਜਿਹੜੀਆਂ 9 ਨਿਸ਼ਾਨੀਆਂ ਦੱਸੀਆਂ ਹਨ ਸਾਰੀਆਂ ਘਟਦੀਆਂ ਹਨ। ਅਖੀਰ ਸੋਚਦੇ ਹਨ ਵੀ ਗੁਰੂ ਰਾਮਦਾਸ ਮਹਾਰਾਜ ਅੰਤਰਯਾਮੀ ਸਰਵੱਗ ਹਨ, ਮੇਰੇ ਮਨ ਦੀ ਅਵਸਥਾ ਨੂੰ ਅੱਛੀ ਤਰ੍ਹਾਂ ਜਾਣਦੇ ਹਨ। ਮੈਂ 2 ਪੱਤਰਕਾ ਵੀ ਆਪ ਦੇ ਚਰਨਾਂ ਵਿੱਚ ਭੇਜ ਚੁੱਕਾ ਹਾਂ, ਪਰ ਅਚਰਜ ਗੱਲ ਹੈ ਅਜੇ ਤੱਕ ਨਹੀਂ ਹਜ਼ੂਰ ਨੇ ਚਰਨਾਂ ਵਿੱਚ ਬੁਲਾਇਆ। ਇਹ ਜਾਣ ਕੇ ਚਿੱਤ ਵਿੱਚ ਖਿਆਲ ਆਇਆ ਵੀ ਸ਼ਾਇਦ ਇਹ ਪੱਤਰਕਾਵਾਂ ਪ੍ਰਿਥੀ ਚੰਦ ਨੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਨਹੀਂ ਕੀਤੀਆਂ, ਐਵੇਂ ਸਿੱਖ ਨੂੰ ਟਪਾਰ ਲਾ ਦਿੱਤੀ ਹੋਈ ਹੈ, ਮੈਂ ਦੇ ਦਿੱਤੀਆਂ। ਇਹ ਚਿੱਤ ਵਿੱਚ ਖਿਆਲ ਆ ਗਿਆ ਆਪਦੇ। ਹੁਣ ਰਾਤ ਦਾ ਵੇਲਾ ਨੀਂਦ ਤਾਂ ਪੈਂਦੀ ਨਹੀਂ ਸੀ, ਬਾਰਿਸ਼ਾਂ ਪੈਂਦੀਆਂ ਸੀਆਂ, ਬਿਜਲੀ ਲਿਸ਼ਕਦੀ, ਬੱਦਲ ਗੱਜਦਾ ਸੀ। ਉਸ ਮੌਕੇ ਰਾਤ ਦੇ ਵੇਲੇ ਹੀ ਆਪ ਨੇ ਜਦੋਂ ਨੀਂਦ ਨਾ ਪਈ ਕਾਗਜ਼ ਲੈ ਕੇ 3 ਨੰਬਰ ਕਾਗਜ਼ ਦੇ ਉੱਪਰ ਲਿਖ ਕੇ ਉਸ ਵਕਤ ਦੀ ਅਵਸਥਾ ਨੂੰ ਇਉਂ ਉਸ ਕਾਗਜ਼ ਦੇ ਉੱਪਰ ਜ਼ਾਹਰ ਕੀਤਾ। ਇੱਕ ਘੜੀ ਨਾ ਮਿਲਦੇ ਜੀ ਕਲ ਯੁਗ ਹੁੰਦਾ, ਕਲ ਯੁਗ ਹੁੰਦਾ, ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੇ ਪ੍ਰਤੁਤ ਭਗਵੰਤਾ। ਜੇ ਇੱਕ ਘੜੀ ਆਪ ਦਾ ਦੀਦਾਰ ਨਹੀਂ ਸੀ ਹੁੰਦਾ, ਕਲ ਯੁਗ ਕੋਈ ਮਨ ਅਸ਼ਾਂਤ ਦੁਖੀ ਹੋ ਜਾਂਦਾ, ਜਲਦਾ ਬਲਦਾ ਛੱਡਦਾ ਸੀ। ਪਰ ਹੁਣ ਤਾਂ ਇਤਨੀ ਦੇਰ ਹੋ ਗਈ, ਹੁਣ ਕਦ ਮਿਲੇ ਪ੍ਰਤੁਤ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਇਹੋ ਜਿਹੀ ਅਵਸਥਾ ਹੋ ਚੁੱਕੀ ਹੈ। ਹਾਂ, ਨੀਂਦ ਆਉਂਦੀ ਨਹੀਂ ਔਰ ਰਾਤ ਮੁੱਕਣ ਵਿੱਚ ਨਹੀਂ ਆਉਂਦੀ। ਦੁੱਖ ਦੀ ਰਾਤ ਥੋੜੀ ਵੀ ਬਹੁਤੀ ਹੋ ਜਾਇਆ ਕਰਦੀ ਹੈ। ਮੋਏ ਰਹਿਣ ਨਾ ਵਿਹਾਵੇ ਜੀ ਨੀਂਦ ਨਾ ਆਵੇ, ਨੀਂਦ ਨਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਹੋਂ ਖੋਲੀ ਜੀ ਹਾਂ ਖੋਲ ਖਵਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਇਹ ਅੱਖਰ ਲਿਖ ਕੇ 3 ਨੰਬਰ ਦੇ ਕੇ ਪੱਤਰਕਾ ਉਸੀ ਸਿੱਖ ਨੂੰ ਬੁਲਾਇਆ ਤੇ ਹਦਾਇਤ ਕੀਤੀ। ਇਹ ਪੱਤਰਕਾ ਆਪ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੀ। ਪ੍ਰਿਥੀ ਚੰਦ ਭਾਵੇਂ ਤੈਥੋਂ ਮੰਗੇ ਵੀ ਇਹ ਪੱਤਰਕਾ ਕਿਸੇ ਨੂੰ ਨਹੀਂ ਦੇਣੀ ਹੋਵੇਗੀ। ਆਪ ਪਹੁੰਚੀ ਤੇ ਜਵਾਬ ਲੈ ਕੇ ਐਵੇਂ ਜੋ ਕੁਛ ਹੁਕਮ ਹੋਵੇ। ਸੋ ਇਸੀ ਤਰ੍ਹਾਂ ਸਿੱਖ ਆਇਆ। ਪ੍ਰਿਥੀ ਚੰਦ ਜਿੱਥੇ ਸੇਵਾ ਕਰਾਉਂਦਾ ਸੀ ਉਹ ਰਸਤਾ ਹੀ ਸਿੱਖ ਨੇ ਛੋੜ ਦਿੱਤਾ। ਸਾਹਿਬ ਗੁਰੂ ਰਾਮਦਾਸ ਮਹਾਰਾਜ ਜਿਸ ਸਥਾਨ ਵਿੱਚ ਨਿਵਾਸ ਰੱਖਦੇ ਸਨ ਉੱਥੇ ਸੇਵਾਦਾਰ ਤੋਂ ਆਗਿਆ ਲੈ ਕੇ ਪਹੁੰਚਿਆ। ਉਹ ਪੱਤਰਕਾ ਆਪਦੇ ਚਰਨਾਂ ਵਿੱਚ ਰੱਖੀ। ਆਪ ਨੇ ਖੋਲ ਕੇ 3 ਨੰਬਰ ਦੇਖ ਕੇ ਪੜ੍ਹੀ। ਇਹ ਪੜ੍ਹ ਕੇ ਆਪ ਜੀ ਚਿੱਤ ਅਤੀ ਦਰਵੀਭੂਤ ਹੋਇਆ, ਅੱਖਾਂ ਵਿੱਚ ਅੰਸੂ ਭਰਿਆ ਆਏ। ਅਖੀਰ ਉਸੀ ਵਕਤ 5 ਸਿੱਖਾਂ ਨੂੰ ਬੁਲਾ ਕੇ ਬਾਬੇ ਬੁੱਢੇ ਦੇ ਸਮੇਤ ਭੇਜਿਆ ਲਾਹੌਰ ਵੀ ਜਾਓ, ਅਰਜਨ ਦੇਵ ਨੂੰ ਜਲਦੀ ਲੈ ਕੇ ਆਓ। ਉਹਦਾ ਚਿੱਤ ਪ੍ਰੇਮ ਵਿੱਚ ਬਹੁਤ ਬੇਵੱਲ ਹੈ, ਵਿਜੋਗ ਵਿੱਚ ਬਹੁਤ ਬੇਵੱਲ ਹੈ। ਹਾਂ, ਪਹੁੰਚੇ ਸਿੱਖ ਦੂਸਰੇ ਦਿਨ ਹੀ, ਕਿਉਂਕਿ ਉਹਨਾਂ ਦਿਨਾਂ ਵਿੱਚ ਪੈਦਲ ਆਦਿ ਆਉਣਾ ਹੁੰਦਾ ਸੀ। ਹੋਰ ਤਾਂ ਸਫ਼ਰ ਤੈਅ ਕਰਨ ਵਾਸਤੇ ਅੱਜ ਕੱਲ੍ਹ ਵਾਂਗੂ ਤੇਜ਼ ਸਵਾਰੀਆਂ ਹੈ ਨਹੀਂ ਸਨ। ਇਉਂ ਦੂਸਰੇ ਦਿਨ ਪਹੁੰਚੇ। ਹਜ਼ੂਰ ਦਾ ਦਰਬਾਰ ਲੱਗਿਆ ਹੈ। ਹਾਂ, ਗਰਮੀ ਦਾ ਮੌਸਮ ਸੀ, ਕੀਰਤਨ ਹੋ ਰਿਹਾ ਹੈ। ਪ੍ਰੇਮੀ ਜਨ ਨੇਤਰਾਂ ਕਰਕੇ ਗੁਰੂ ਕੇ ਦਰਸ਼ਨ ਕਰਦੇ ਹਨ, ਕੰਨਾਂ ਕਰਕੇ ਬਾਣੀ ਸੁਣਦੇ ਹਨ, ਜ਼ੁਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਇਉਂ ਜਿੱਥੇ ਪੰਡਾਲ ਸ਼ੁਰੂ ਹੁੰਦਾ ਸੀ, ਸ਼੍ਰੀ ਅਰਜਨ ਦੇਵ ਜੀ ਨੇ ਉੱਥੋਂ ਦੂਰੋਂ ਹੀ ਖੜ੍ਹ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਤੇ ਇਹ ਸ਼ਬਦ ਉੱਥੋਂ ਹੀ ਉਚਾਰਨ ਕੀਤਾ। ਜਿਤ ਦਰਸ਼ਨ ਕਰਨਾ ਜੀ ਥਨ ਸੁਵੇਲਾ, ਵਿੱਚ ਪਾਣੀ ਛਲਕਦਾ ਹੈ, ਕਲੇਜਾ ਦਿਮਾਗ ਨੂੰ ਉਛਲ ਉਛਲ ਚੜ੍ਹਦਾ ਹੈ, ਰੋਮਾਂਚ ਹੋ ਰਿਹਾ ਹੈ। ਦੂਰੋਂ ਦਰਸ਼ਨ ਕਰਕੇ ਧਨ ਸੁਵੇਲਾ ਜਿਤ ਦਰਸ਼ਨ ਕਰਨਾ, ਓਮ ਬਲਿਹਾਰੀ ਸਤਿਗੁਰ ਚਰਨਾ, ਸਾਰਾ ਸ਼ਬਦ ਪੜ੍ਹਿਆ। ਅਖੀਰ ਅੱਗੇ ਪਹੁੰਚੇ ਜਿੱਥੇ ਹਜ਼ੂਰ ਆਪਣੇ ਤਖਤ ਆਰੂੜ ਸਨ। ਉੱਥੇ ਪਾਸ ਪਹੁੰਚ ਕੇ ਅਸ਼ਟਾਂਗ ਦੰਡਵਤ ਕੀਤੀ। ਗਲ ਵਿੱਚ ਪੱਲਾ ਪਾ ਕੇ ਅੱਖਾਂ ਜਲ ਨਾਲ ਭਰਪੂਰ ਹਨ, ਕਲੇਜਾ ਉਛਲ ਉਛਲ ਦਿਮਾਗ ਨੂੰ ਚੜ੍ਹਦਾ ਹੈ, ਰੋਮਾਂਚ ਹੋ ਰਿਹਾ ਹੈ।
ਉੱਥੇ ਪ੍ਰੇਮ ਦੇ ਵਸੀਭੂਤ ਹੋ ਕੇ ਇੱਕ ਸ਼ਬਦ ਇਉਂ ਪੜਿਆ, ਦਰਸ਼ਨ ਸਤਿਗੁਰ ਤੇਰਾ ਮੈਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪਰ ਮੇਰਾ। ਇਤਿਆਦ ਸ਼ਬਦ ਪੜ੍ਹ ਕੇ ਆਪ ਜੀ ਚਰਨਾਂ ਤੇ ਮਸਤਕ ਰੱਖਦੇ ਹਨ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿਰ ਤੇ ਹੱਥ ਫੇਰਿਆ, ਕੰਧ ਤੇ ਹੱਥ ਫੇਰਿਆ, ਪਿਆਰ ਨਾਲ ਪਾਸ ਬਿਠਾਇਆ, ਕੁਸ਼ਲ ਖੇਮ ਪੁੱਛਿਆ। ਅਖੀਰ ਉਹ ਪੱਤਰਕਾਰ 3 ਨੰਬਰ ਜਿਸ ਤੇ ਦਿੱਤਾ ਸੀ ਕੱਢ ਕੇ ਕਹਿਣ ਲੱਗੇ, ਪੁੱਤਰ ਜੀਓ ਇਹ 3 ਨੰਬਰ ਇਹ ਪੱਤਰਕਾਰ ਤੇ ਲਿਖੇ, ਇਹਦਾ ਕੀ ਮਤਲਬ? ਇਹ ਸੁਣ ਕੇ ਕਹਿਣਗੇ, ਮਹਾਰਾਜ ਆਪ ਅੰਤਰਯਾਮੀ ਸਰਵੱਗ ਹੋ, ਆਪ ਤੇ ਤਿੰਨਾਂ ਲੋਕਾਂ 14 ਭਵਨਾਂ ਗੱਲ ਗੁੱਝੀ ਛਿਪੀ ਨਹੀਂ ਹੈ। ਇਹ ਪਹਿਲੇ 2 ਪੱਤਰਕਾਰ ਇਸ ਤੋਂ ਪਹਿਲੇ ਹਜ਼ੂਰ ਦੇ ਚਰਨਾਂ ਵਿੱਚ ਪੇਸ਼ ਕੀਤੇ, ਲੇਕਿਨ ਉਹ ਹਜ਼ੂਰ ਦੇ ਚਰਨਾਂ ਤੱਕ ਨਹੀਂ ਪਹੁੰਚੇ। ਇਹ 3 ਨੰਬਰ ਹੈ, ਤੀਸਰਾ ਪੱਤਰਕਾਰ ਹੈ। ਗੁਰੂ ਜੀ ਪੁੱਛਣਗੇ ਉਹ ਪੱਤਰਕਾਰ ਕਿੱਧਰ ਗਏ? ਉਹ ਸਿੱਖ ਵੀ ਨਾਲ ਸੀ। ਚਾਟੀ ਉਹ ਸਿੱਖ ਖੜਾ ਹੋ ਕਹਿਣਗੇ, ਮਹਾਰਾਜ ਮੈਂ ਉਹ ਪੱਤਰਕਾਰ ਪਿਰਥੀ ਚੰਦ ਜੀ ਨੂੰ ਦੇ ਗਿਆ ਸੀ। ਉਹਨਾਂ ਕਿਹਾ ਅਸੀਂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਕਰ ਦਿੱਤੇ ਨੇ। ਉਹਨਾਂ ਵੱਲੋਂ ਹੁਕਮ ਹੈ, ਅਰਜਨ ਦੇਵ ਨੂੰ ਕਹਿ ਦਿਓ ਉੱਥੇ ਰਹੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਨਾ ਬੁਲਾਇਆ ਜਾ। ਬੁਲਾਓ। ਕਹਿਣ ਲੱਗੇ ਪਿਰਥੀ ਚੰਦ ਕਿੱਥੇ ਹੈ? ਗਰਮੀ ਦਾ ਮੌਸਮ, ਭਾਦੋਂ ਦੇ ਵੱਟ ਪੈਂਦੇ ਸੀ। ਪਿਰਥੀ ਚੰਦ ਇਸ਼ਨਾਨ ਕਰਨ ਵਾਸਤੇ ਖੁੱਤੇ ਗਿਆ ਸੀ। ਉਸਦੇ ਬੁੰਗੇ ਸਿੱਖ ਭੇਜਿਆ, ਉਹਦੇ ਘਰ ਵਾਲੀ ਕਰਮ ਉਹਨੂੰ ਜਾ ਕੇ ਕਹਿਣ ਲੱਗੇ, ਗੁਰੂ ਜੀ ਬਾਬੇ ਪਿਰਥੀ ਚੰਦ ਨੂੰ ਬੁਲਾ ਰਹੇ ਨੇ। ਉਹਨੇ ਕਿਹਾ ਇਸ਼ਨਾਨ ਕਰਨ ਵਾਸਤੇ ਗਏ ਨੇ, ਹੁਣੀ ਆ ਜਾਂਦੇ ਨੇ, ਮੈਂ ਭੇਜ ਦਿਆਂਗੀ। ਖੈਰ ਜਿਸ ਵਕਤ ਇਸ਼ਨਾਨ ਕਰਕੇ ਆ ਗਏ, ਉਸਨੇ ਕਿਹਾ ਮਾਈ ਕਰਮੋਂ ਨੇ ਵੀ ਤੁਹਾਨੂੰ ਗੁਰੂ ਜੀ ਯਾਦ ਕਰਦੇ ਆ। ਚਾਠੀ ਬਸਤਰ ਪਹਿਨ ਕੇ ਪਹੁੰਚੇ ਤਾਂ ਅੱਗੇ ਕੀ ਦੇਖਦੇ ਨੇ, ਛੋਟੇ ਭਰਾ ਬੈਠੇ ਹੋਏ ਹਨ। ਆਪਸ ਵਿੱਚ ਹੀ ਦੋਨਾਂ ਭਰਾਵਾਂ ਨੇ ਪਰਸਪਰ ਨਮਸਕਾਰ ਕੀਤੀ। ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਨਮਸਕਾਰ ਕੀਤੀ, ਬੈਠ ਗਏ। ਹੁਣ ਗੁਰੂ ਰਾਮਦਾਸ ਜੀ ਨੇ ਪੁੱਛਿਆ, ਭਾਈ ਪਿਰਥੀ ਚੰਦ ਪਹਿਲੇ 2 ਪੱਤਰਕਾਰ ਜੋ ਲਾਹੌਰ ਤੋਂ ਅਰਜਨ ਦੇਵ ਨੇ ਭੇਜੀਆਂ ਸਨ ਤੇਰੇ ਪਾਸ ਹਨ, ਉਹ ਦਿਖਾ ਤਾਂ ਕਿੰਗੀਆਂ ਜੀਆਂ ਹਨ। ਕਹਿਣ ਲੱਗਾ, ਮਹਾਰਾਜ ਮੇਰੇ ਪਾਸ ਤਾਂ ਕੋਈ ਪੱਤਰਕਾਰ ਨਹੀਂ ਆਈ। ਹਾਲਾਂਕਿ ਜਾਣਦਾ ਹੈ ਗੁਰੂ ਅੰਤਰਜਾਮੀ ਹੈ, ਸਰਬੱਗ ਹੈ, ਸਭ ਕੁਝ ਕਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਪਰ ਜਦੋਂ ਮਨ ਮੈਲਾ ਹੁੰਦਾ ਉਦੋਂ ਇਹ ਸਾਰੀਆਂ ਗੱਲਾਂ ਭੁੱਲ ਜਾਂਦਾ। ਬੁੱਧ ਹੋਰ ਕਿਸਮ ਦੀ ਹੋਰ ਹੀ ਹੋ ਜਾਂਦੀ ਹੈ। ਸੋ ਕਹਿਣਗੇ ਮੇਰੇ ਪਾਸ ਤਾਂ ਕੋਈ ਪੱਤਰਕਾਰ ਨਹੀਂ। ਸੋ ਗੁਰੂ ਜੀ ਕਹਿਣਗੇ ਪਿਰਥੀ ਚੰਦ ਆਓ ਸਿੱਖ ਝਟ ਖੜਾ ਹੋ ਗਿਆ। ਕਹਿਣ ਲੱਗਾ ਮੈਂ ਤੁਹਾਨੂੰ ਇੱਕ ਪੱਤਰਕਾਰ ਫਲਾਣੇ ਥਾਂ ਇੱਕ ਫਲਾਣੇ ਥਾਂ ਦੇ ਕੇ ਗਿਆ, ਤੁਸੀਂ ਮੈਨੂੰ ਲੰਗਰ ਪ੍ਰਸ਼ਾਦ ਛਕਾ ਕੇ ਕਿਹਾ ਬਈ ਗੁਰੂ ਜੀ ਨੂੰ ਉਹ ਪੱਤਰਕਾਰ ਦਿਖਾ ਦਿੱਤੀਆਂ, ਉਹਨਾਂ ਦਾ ਹੁਕਮ ਹੈ ਅਜੇ ਉੱਥੇ ਹੀ ਠਹਿਰੇ ਅਰਜਨ ਦੇਵ ਜਿੰਨੀ ਦੇਰ ਨਹੀਂ ਬੁਲਾਉਂਦੇ। ਇਹ ਕਿਹਾ ਉਹ ਪਿਰਥੀ ਚੰਦ ਕਹਿਣ ਲੱਗਾ ਸਿੱਖ ਝੂਠ ਬੋਲਦਾ। ਗੁਰੂ ਜੀ ਕਹਿਣ ਪਿਰਥੀ ਚੰਦ ਪੱਤਰਕਾਰ ਹੀ ਹਨ, ਕੀ ਗੱਲ ਹੈ? ਕਾਗਜ਼ ਦੇ ਟੁਕੜਿਆਂ 2 ਦਿਖਾ ਕਰ ਜੇ ਜੇ। ਕਹਿਣਗੇ ਨਹੀਂ ਅਮਰ। ਗੁਰੂ ਜੀ ਨੇ ਜਦ ਦੇਖਿਆ ਵੀ ਇਹ ਤਾਂ ਬਿਲਕੁਲ ਹੀ ਢੀਠ ਹੋ ਗਿਆ। ਇੱਕ ਸਿੱਖ ਨੂੰ ਹੌਲੀ ਦੇ ਕੇ ਕੰਨ ਵਿੱਚ ਕਿਹਾ ਜਾ ਕੇ ਕਰਮ ਨੂੰ ਕਹਿ ਦੇ ਘਰ ਵਾਲੀ ਨੂੰ ਫਲਾਣਾ ਜਾਮਾ ਦੇ ਦੇ, ਉਹਦੀ ਜੇਬ 'ਚ ਪਈਆਂ ਸਨ। ਉਹਨੇ ਜਾ ਕੇ ਕਿਹਾ, ਉਹਨੇ ਦੇ ਦਿੱਤਾ। ਉਹਦੇ ਚਿੱਤ ਵਿੱਚ ਤਾਂ ਕੁਛ ਖਿਆਲ ਹੀ ਨਹੀਂ ਸੀ। ਉਹ ਇਕੱਠਾ ਕਰਕੇ ਜਾਮਾ ਸਿੱਖ ਗੁਰੂ ਜੀ ਦੇ ਪਾਸ ਲਿਆ ਅੱਗੇ ਰੱਖਦਾ ਹੈ। ਕਹਿਣ ਲੱਗੇ ਦੇਖ ਭਾਈ ਪਿਰਥੀ ਚੰਦ ਜਾਮਾ ਤੇਰਾ ਹੀ ਹੈ ਨਾ? ਹਾਂ ਮਹਾਰਾਜ। ਇਹਦੀ ਜੇਬ 'ਚ ਹੱਥ ਪਾਇਆ, ਉਹੀ 2 ਪੱਤਰਕਾਰ ਨਿਕਲੇ ਆਈਆਂ। ਕਹਿਣਗੇ ਇਹ ਦੇਖ। ਕਹਿੰਦੇ ਮਹਾਰਾਜ ਕੀ ਸਬੂਤ ਹੈ? ਅਰਜਨ ਦੇਵ ਨੇ ਲਿਖੇ ਮੈਂ ਨਹੀਂ ਲਿਖ ਸਕਦਾ। ਇਹਦਾ ਕੀ ਸਬੂਤ ਹੈ? ਅੱਖਰ ਹਨ, ਮੈਂ ਵੀ ਲਿਖ ਸਕਦਾ। ਗੁਰੂ ਜੀ ਮੁਸਕਰਾ ਕੇ ਕਹਿਣਗੇ ਬਹੁਤ ਹੀ ਜ਼ਿਆਦਾ ਢੀਠ ਹੋ ਗਿਆ। ਗੁਰੂ ਨੂੰ ਅੰਤਰਜਾਮੀ ਸਰਵੱਗ ਜਾਣਦਾ ਹੋਇਆ ਫਿਰ ਵੀ ਇਤਨਾ ਇਹੋ ਜਿਹੀ ਹਾਲਤ। ਅਖੀਰ ਕਹਿਣਗੇ ਚੰਗਾ ਲੈ ਤੁਹਾਡੇ ਦੀ ਫੈਸਲਾ ਰੱਖ ਦਿੰਦੇ ਹਾਂ। ਇਉਂ ਕਰ, ਜੇ ਤੇਰੀਆਂ ਲਿਖੀਆਂ ਨੇ ਤੂੰ ਸਮੇਂ ਦੇ ਮੁਤਾਬਕ ਇਹਨਾਂ ਦੇ ਨਾਲ ਮਿਲਦੀ ਜੁਲਦੀ ਪੱਤਰਕਾਰ ਹੋਰ ਲਿਖ। ਭਲਾ ਜਿੱਥੇ ਮਨ ਮੈਲਾ ਹੈ, ਚਿੱਤ ਵਿੱਚ ਘਬਰਾਹਟ ਹੈ, ਖੋਭ ਹੈ, ਦਵੇਸ਼ ਹੈ, ਉੱਥੇ ਅਨੁਭਵ ਕੈਸੇ? ਜਦੋਂ ਇਹ ਨਹੀਂ ਲਿਖ ਸਕਿਆ, ਅਖੀਰ ਗੁਰੂ ਜੀ ਸ਼੍ਰੀ ਅਰਜਨ ਦੇਵ ਜੀ ਨੂੰ ਕਹਿਣ ਲੱਗੇ ਬੇਟਾ ਇਹ 3
ਪਦ ਹਨ ਇਹ ਸ਼ਬਦ ਦੇ। ਚੌਥਾ ਪਦ ਪੂਰਾ ਕਰਨ ਵਾਸਤੇ ਇਸ ਦੇ ਨਾਲ ਸਮੇਂ ਦੇ ਮੁਤਾਬਕ ਮਿਲਾਓ। ਉਸ ਮੌਕੇ ਚੌਥਾ ਪਦ ਜਿਹੜਾ ਸੀ ਸਮੇਂ ਦਾ ਇਉਂ ਉਚਾਰਨ ਕੀਤਾ ਉਹਨਾਂ ਨੇ। ਪੜ੍ਹੋ ਜ਼ਰਾ। ਮੈਂ ਭਾਗਾਂ ਵਾਲਾ ਜੀ ਦਰਸ਼ਨ ਹੋ ਗਏ ਨੇ, ਦਰਸ਼ਨ ਹੋ ਗਏ। ਭਾਗਾਂ ਵਾਲਾ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਚੌਥਾ ਪਦ ਦੇ ਨਾਲ ਮਿਲਦਾ ਭਾਗ ਹੋਆ। ਗੁਰੂ ਸੰਤ ਮਿਲਾਇਆ, ਪਰ ਬੇਵਨਾਸ਼ੀ ਕਰ ਮੈਂ ਪਾਇਆ। ਸੇਵ ਕਰੀ ਪਲਚ ਸਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹੋਂ ਖੋਲੀ ਜੀਹੋ ਖੋਲ ਖੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਚੌਥਾ ਪਦ ਮਿਲਾ ਕੇ ਸ਼ਬਦ ਪੂਰਾ ਕੀਤਾ। ਉਸ ਮੌਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਭਾਈ ਪ੍ਰਿਥੀ ਚੰਦ, ਇਹ ਤਾਂ ਜਿਸ ਦੀ ਵਸਤੂ ਹੁੰਦੀ ਹੈ ਧਰੋਂ ਅਹੰਕਾਰ ਦੇ ਹੁਕਮ ਦੇ ਮੁਤਾਬਕ ਉਸ ਨੂੰ ਹੀ ਮਿਲਦੀ ਹੁੰਦੀ ਹੈ। ਤੇਰੇ ਖਿਆਲਾਤ ਗਲਤ ਸਨ, ਭਾਵੇਂ ਗੁਰੂ ਪੁੱਤਰ ਹੈ, ਪਰ ਇਉਂ ਇਹ ਚੀਜ਼ਾਂ ਨਹੀਂ ਮਿਲਦੀਆਂ। ਇਹ ਤਾਂ ਉੱਥੇ ਨਿਵਾਸ ਕਰਦੀ ਹੈ, ਸ਼ੀਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਠਹਿਰਿਆ ਕਰਦਾ। ਜਿਹੜੇ ਹਿਰਦੇ ਬਿਲਕੁਲ ਨਿਸ਼ਚਿਤ ਤੇ ਬਿਲਕੁਲ ਸਾਫ਼ ਹਨ, ਉੱਥੇ ਇਹਦਾ ਨਿਵਾਸ ਹੈ। ਤੇਰੇ ਚਿੱਤ ਵਿੱਚ ਇਸ ਵਸਤੂ ਦੀ ਇੱਛਾ, ਅਰਜਨ ਦੇਵ ਦੇ ਚਿੱਤ ਵਿੱਚ ਰੰਚਕ ਮਾਤਰ ਇੱਛਾ ਹੀ ਨਹੀਂ ਹੈ। ਉਹਦਾ ਆਪਣਾ ਫਰਜ਼ ਸੇਵਾ ਕਰੀ ਜਾਣੀ। ਸੇਵਕ ਕੋ ਸੇਵਾ ਬਨਿਆ, ਹੁਕਮ ਬੁਝ ਪਰਮ ਪਦ ਪਾਏ। ਉਸੀ ਸਮੇਂ ਗੁਰੂ ਰਾਮਦਾਸ ਜੀ ਨੇ ਆਪਣੀ ਆਯੂ ਪੂਰੀ ਸਮਝ ਕੇ ਇਹ ਦਾਤ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਹੁਣ ਤਰੋੜ ਦੇ ਸੁਭਾਅ ਮੁਤਾਬਕ ਪਹਿਲੇ ਆਨੰਦ ਸਾਹਿਬ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਇੱਕ ਬਾਣੂ ਕੇ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ